ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 55ਵਾਂ। ਜਥੇਦਾਰ ਟੌੜਾ ਦਾ ਵਿਸ਼ੇਸ਼ ਵਿਚਾਰਧਾਰਕ ਲੱਛਣ ਇਹ ਹੈ ਕਿ ਉਸ ਵਿੱਚ ਤਕੜੀ ਮਾਤਰਾ 'ਚ ਟਕਸਾਲੀ ਅੰਸ਼ ਵੀ ਹੈ ਤੇ ਆਪਣੇ ਆਪ ਨੂੰ ਬਦਲਦੇ ਜ਼ਮਾਨੇ ਦੀਆਂ ਲੋੜਾਂ ਅਨੁਸਾਰ ਢਾਲਣ ਦੀ ਜ਼ੋਰਦਾਰ ਪ੍ਰਵਿਰਤੀ, ਯੋਗਤਾ ਤੇ ਜੁਗਤ ਵੀ। ਇੱਕ ਹਿਸਾਬ ਨਾਲ ਦੇਖਿਆ ਉਹ ਅਕਾਲੀ ਰਾਜਨੀਤੀ ਅੰਦਰ ਟਕਸਾਲੀ ਤੇ ਨਵੀਨ ਧਾਰਾਵਾਂ ਦਾ ਸੰਗਮ ਹੈ ਅਤੇ ਅਕਾਲੀ ਰਾਜਨੀਤੀ ਦੇ ਦੋ ਦੌਰਾਂ ਨੂੰ ਮੇਲਦਾ ਪੁਲ। ਉਸੇ ਅੰਦਰ ਖਰਾ ਪੰਥਕ ਮਾਦਾ ਵੀ ਹੈ ਪਰ ਨਾਲ ਹੀ ਜ਼ੋਰਦਾਰ ਰਾਜਨੀਤਿਕ ਆਕਾਂਖਿਆਵਾਂ ਵੀ ਹਨ। ਉਸੇ ਅੰਦਰ ਸਿੱਖ ਕਾਜ ਲਈ ਲੜਨ ਦਾ ਜਜ਼ਬਾ ਵੀ ਹੈ ਤੇ ਦਮ ਵੀ, ਪਰ ਇੱਕ ਸੀਮਾ ਦੇ ਅੰਦਰ ਇਸ ਸੀਮਾ ਤੋਂ ਪਾਰ ਜਾਣ ਦੀ ਉਸ ਵਿੱਚ ਨਾ ਹਿੰਮਤ ਹੈ ਤੇ ਨਾ ਰਾਜਸੀ ਇਰਾਦਾ। ਇਸੇ ਤਰ੍ਹਾਂ ਉਸੇ ਅੰਦਰ ਅਕਸਰ ਅਸੂਲਾਂ ਦੀ ਕੀਮਤ ਉੱਤੇ ਵੀ ਸਮਝੌਤਾ ਕਰ ਜਾਣਾ ਜਾਂ ਕਰ ਜਾਣ ਦੀ ਜ਼ੋਰਦਾਰ ਪ੍ਰਵਿਰਤੀ ਹੈ, ਪਰ ਉਸ ਦੀ ਸਮਝੌਤੇ ਦੀ ਰਾਜਨੀਤੀ ਦੀ ਆਪਣੀ ਇੱਕ ਮਰਿਆਦਾ ਹੈ। ਜਿਵੇਂ ਉਹ ਇੱਕ ਹੱਦ ਤਾਈਂ ਹੀ ਲੜ ਸਕਦਾ ਹੈ, ਉਵੇਂ ਉਹ ਇੱਕ ਹੱਦ ਤੱਕ ਹੀ ਝੁਕ ਸਕਦਾ ਹੈ, ਪੂਰਾ ਨਹੀਂ ਵਿਚ ਸਕਦਾ। ਜਾਂ ਇੱਕ ਵਾਰ ਝੁਕ ਕੇ ਉਹ ਫਿਰ ਤਣ ਜਾਂਦਾ ਹੈ। ਅਕਾਲੀ ਆਗੂਆਂ ਦੀ ਨਵੀਨ ਵੰਨਗੀ ਦੀ ਤੁਲਨਾ ਵਿੱਚ ਉਸ ਦੇ ਪੱਕਾ ਕੁੱਬ ਨਹੀਂ ਪਿਆ। ਉਸ ਦੀ ਇਹ ਰੜਕ ਪੰਥ ਦੋਖੀ ਤਾਕਤਾਂ ਤੇ ਪੰਥ ਅੰਦਰਲੇ ਵਿਰੋਧੀਆਂ ਨੂੰ ਲਗਾਤਾਰ ਰੜਕਦੀ ਰਹਿੰਦੀ ਹੈ। ਜਥੇਦਾਰ ਟੌੜਾ ਦੀ ਸਭ ਤੋਂ ਵੱਡੀ ਦੁਵਿਧਾ ਕਹਿ ਲਵੋ ਜਾਂ ਕਮਜ਼ੋਰੀ ਇਹ ਹੈ ਕਿ ਉਹ ਨਰਮਪੰਥੀ ਰਾਜਨੀਤੀ ਨਾਲ ਨਾ ਮੁਕੰਮਲ ਰੂਪ ਵਿੱਚ ਇਕਸੁਰ ਹੋ ਸਕਦਾ ਹੈ ਤੇ ਨਾ ਇਸ ਨੂੰ ਦੋ ਟੁਕ ਰੂਪ 'ਚ ਰੱਦ ਕਰ ਸਕਦਾ ਹੈ। ਉਹ ਇਸ ਰਾਜਨੀਤੀ ਦੇ ਬੁਨਿਆਦੀ ਚੌਖਟੇ ਨੂੰ ਉਲੰਘ ਕੇ ਅੱਗੇ ਨਿਕਲ ਜਾਣ ਦੀ ਮਾਰਕੇਬਾਜ਼ੀ ਨਹੀਂ ਕਰ ਸਕਦਾ। ਜਦ ਵੀ ਕਦੇ ਅਜਿਹੀ ਨੌਬਤ ਆ ਜਾਂਦੀ ਹੈ ਤਾਂ ਉਹ ਫੁਰਤੀ ਨਾਲ ਪਿੱਛੇ ਨੂੰ ਮੋੜਾ ਕੱਟ ਲੈਂਦਾ ਹੈ। ਇਸ ਨਾਲ ਉਸ ਦੇ ਗਰਮ ਖਿਆਲੀ ਕਦਰਦਾਨ ਨਿਰਾਸ਼ ਤੇ ਨਾਰਾਜ਼ ਹੋ ਉੱਠਦੇ ਹਨ। ਉਸ ਉੱਤੇ ਮੌਕਾ ਪ੍ਰਸਤੀ ਦਿਖਾਉਣ ਤੇ ਇਲਜ਼ਾਮ ਲੱਗਣ ਲੱਗ ਪੈਂਦੇ ਹਨ ਤੇ ਉਸ ਦੀ ਨੇਕ ਨੀਤੀ ਬਾਰੇ ਸ਼ੱਕ ਖੜੇ ਹੋਣ ਲੱਗ ਪੈਂਦੇ ਹਨ। ਇਸੇ ਤਰ੍ਹਾਂ ਜਦ ਝੁਕਣ ਦੀ ਗੱਲ ਆਉਂਦੀ ਹੈ ਤਾਂ ਉਹ ਅਕਸਰ ਦੋ ਦਿਲੀ ਵਿੱਚ ਪੈ ਜਾਂਦਾ ਹੈ। ਉਹ ਨਵੀਨ ਵੰਨਗੀ ਦੇ ਅਕਾਲੀ ਆਗੂਆਂ ਦੇ ਸੰਗ ਰਲ ਕੇ ਤੇ ਉਹਨਾਂ ਵਾਂਗ ਹੀ ਸਮਝੌਤੇ ਦੇ ਰਾਹ ਉੱਤੇ ਵਾਹੋ-ਦਾਹੀ ਤਾਂ ਹੋ ਤੁਰਦਾ ਹੈ, ਪਰ ਜਦ ਉਸ ਨੂੰ ਇਹ ਆਭਾਸ ਹੋਣ ਲੱਗਦਾ ਹੈ ਕਿ ਸਮਝੌਤੇ ਦੀ ਰਾਜਨੀਤੀ ਦੀ ਸਹੀ ਪਾਲਣ ਨਹੀਂ ਹੋ ਰਿਹਾ ਅਤੇ ਝੁਕ ਜਾਣ ਤੇ ਵਿੱਚ ਜਾਣ ਵਿਚਲੇ ਅੰਤਰ ਦਾ ਖਿਆਲ ਤੇ ਮਾਣ ਨਹੀਂ ਰੱਖਿਆ ਜਾ ਰਿਹਾ, ਤਾਂ ਉਹ ਸਮਝੌਤੇ ਦੇ ਰਾਹ 'ਚ ਅੜਿੱਕੇ ਡਾਉਣ ਦਾ ਜ਼ੁੰਮਾ ਓਟ ਲੈਂਦਾ ਹੈ। ਇਸ ਨਾਲ ਉਸ ਦੇ ਨਰਮਪੰਥੀ ਭਾਈਵਾਲ ਖਫਾ ਹੋ ਉੱਠਦੇ ਹਨ ਅਤੇ ਉਸ ਦੇ ਨਿੰਦਕਾਂ ਨੂੰ ਉਸ ਦੀ ਜਾਤ ਤੇ ਰਾਜਨੀਤੀ ਵਿਰੁੱਧ ਭੜਾਸ ਕੱਢਣ ਦਾ ਤਗੜਾ ਮੌਕਾ ਤੇ ਬਹਾਨਾ ਮਿਲ ਜਾਂਦਾ ਹੈ। ਇਸ ਤਰ੍ਹਾਂ ਆਪਣੀ ਵਿਚਾਰਧਾਰਾ ਤੇ ਸ਼ਖਸੀਅਤ ਦੀਆਂ ਵਜੂਦ ਸਮੋਈਆਂ ਸੀਮਤਾਈਆਂ ਤੇ ਵਿਰੋਧ ਭਾਸ਼ਾ ਦੀ ਬਦੌਲਤ ਜਥੇਦਾਰ ਗੁਰਚਰਨ ਸਿੰਘ ਟੌੜਾ ਗਰਮ ਖਿਆਲੀ ਤੇ ਨਰਮਪੰਥੀ ਦੋਹਾਂ ਹੀ ਵਰਗਾਂ ਵੱਲੋਂ ਇੱਕ ਮੌਕੇ ਪਿਆਰਿਆ ਤੇ ਦੂਜੇ ਮੌਕੇ ਦੁਰਕਾਰਿਆ ਚਲਾ ਆ ਰਿਹਾ ਹੈ। ਪਿਛਲੇ ਲਗਭਗ 3 ਦਹਾਕਿਆਂ ਦੇ ਦੌਰਾਨ ਜਦ ਵੀ ਅਕਾਲੀ ਰਾਜਨੀਤੀ ਅੰਦਰ ਟਕਸਾਲੀ ਤੇ ਨਵੀਨ ਧਾਰਾਵਾਂ ਦੇ ਵਿਚਕਾਰ ਵਿਰੋਧਾਂ ਦੇ ਤਿੱਖਾ ਰੂਪ ਧਾਰਨ ਕਰ ਜਾਣ ਦੀ ਨੌਬਤ ਪੈਦਾ ਹੁੰਦੀ ਰਹੀ ਹੈ, ਤਾਂ ਜਥੇਦਾਰ ਟੌੜਾ ਦੇ ਵਜੂਦ ਨੂੰ ਇਸ ਦੋ ਪਾਸੀ ਖਿੱਚੋਤਾਣ ਦਾ ਸਭ ਨਾਲੋਂ ਵੱਧ ਕਸਾ ਝੱਲਣਾ ਪੈਂਦਾ ਰਿਹਾ ਹੈ ਅਤੇ ਦੋਨੋਂ ਹੀ ਬੇੜੀਆਂ ਦੇ ਮਲਾਹਾਂ ਦੇ ਨਾਲ ਹੀ ਯਾਤਰੂਆਂ ਦੇ ਤੱਤੇ ਠੰਡੇ ਬੋਲ ਸੁਣਨੇ ਪੈਂਦੇ ਰਹੇ ਹਨ। ਇਸ ਹੋਣੀ ਨੇ ਉਸ ਦਾ ਕਦੇ ਵੀ ਪਿੱਛਾ ਨਹੀਂ ਛੱਡਿਆ। ਇਸ ਵਜ੍ਹਾ ਕਰਕੇ ਉਸ ਨੂੰ ਜ਼ਿੰਦਗੀ ਵਿੱਚ ਸਿੱਖ ਰਾਜਨੀਤੀ ਅੰਦਰ ਮਾਣ ਤਾਣ ਵੀ ਬਥੇਰਾ ਮਿਲਿਆ ਹੈ ਤੇ ਨਿਰਾਦਰੀਆਂ ਵੀ ਬਹੁਤ ਝੱਲਣੀਆਂ ਪਈਆਂ ਹਨ। ਸਿਰਲੇਖ ਸਿੱਖ ਸੰਘਰਸ਼ ਹੋਰ ਮੱਗ ਤੁਰਿਆ।
ਪੰਥਕ ਧਿਰਾਂ ਵਿਚਕਾਰ ਅਤੇ ਖੁਦ ਅਕਾਲੀ ਲੀਡਰਸ਼ਿਪ ਦੀਆਂ ਸਫਾਂ ਦੇ ਅੰਦਰ ਚੱਲ ਰਹੇ ਇਸ ਅੰਦਰੂਨੀ ਕਲਾ ਕਲੇਸ਼ ਦੇ ਬਾਵਜੂਦ ਸਿੱਖ ਸੰਘਰਸ਼ ਦਾ ਮੈਦਾਨ ਲਗਾਤਾਰ ਗਰਮਾਉਂਦਾ ਚਲਾ ਗਿਆ। ਅਜਿਹਾ ਅਕਾਲੀ ਲੀਡਰਸ਼ਿਪ ਦੇ ਸੁਚੇਤ ਯਤਨਾਂ ਕਰਕੇ ਨਹੀਂ ਸੀ ਹੋ ਰਿਹਾ, ਸਗੋਂ ਕਾਫੀ ਹੱਦ ਤੱਕ ਉਹਨਾਂ ਦੀਆਂ ਇੱਛਾਵਾਂ ਦੇ ਉਲਟ ਹੋ ਰਿਹਾ ਸੀ। ਅਕਾਲੀ ਆਗੂ ਤਾਂ ਇਸ ਮੁਸ਼ਕਲ ਸਥਿਤੀ ਚੋਂ ਬਾਹਰ ਨਿਕਲਣ ਦੀਆਂ ਕਿੰਨੇ ਚਿਰਾਂ ਤੋਂ ਸਿਰ ਤੋੜ ਕੋਸ਼ਿਸ਼ਾਂ ਕਰਦੇ ਆ ਰਹੇ ਸਨ। ਇਸ ਘੁੰਮਣ ਘੇਰੀ ਚੋਂ ਬਾਹਰ ਨਿਕਲਣ ਦੇ ਉਹਨਾਂ ਸਾਹਮਣੇ ਦੋ ਹੀ ਰਸਤੇ ਸਨ। ਜਾਂ ਤਾਂ ਕੇਂਦਰ ਸਰਕਾਰ ਨਾਲ ਕੋਈ ਚੰਗਾ ਮਾੜਾ ਮੂੰਹ ਰੱਖਣ ਜੋਗਰਾ ਸਮਝੌਤਾ ਹੋ ਜਾਂਦਾ ਅਤੇ ਜਾਂ ਫਿਰ ਉਹ ਕੋਈ ਬਹਾਨਾ ਕੱਢ ਕੇ ਆਪਣੇ ਵੱਲੋਂ ਧਰਮਯੁੱਧ ਮੋਰਚੇ ਨੂੰ ਠੱਪ ਕਰ ਦੇਣ ਦਾ ਐਲਾਨ ਕਰ ਦਿੰਦੇ ਅਤੇ ਇਸ ਤਰ੍ਹਾਂ ਆਪਣਾ ਪੱਲਾ ਬਚਾ ਕੇ ਲਾਂਭੇ ਹੋ ਜਾਂਦੇ। ਅਕਾਲੀ ਆਗੂ ਇਤਿਹਾਸ ਦੇ ਅੰਦਰ ਇਸ ਤੋਂ ਪਹਿਲਾਂ ਅਜਿਹੀ ਪੈਂਤੜੇਬਾਜ਼ੀ ਕਈ ਵਾਰ ਖੇਡ ਚੁੱਕੇ ਸਨ, ਪਰ ਇਸ ਵਾਰ ਉਹਨਾਂ ਲਈ ਇਹ ਖੇਡ ਖੇਡਣੀ ਓਨੀ ਸੁਖਾਲੀ ਨਹੀਂ ਸੀ ਰਹੀ। ਕਾਰਨ ਇਹ ਕਿ ਇਸ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂਪ ਵਿੱਚ ਅਕਾਲੀ ਆਗੂਆਂ ਨੂੰ ਤੁਰੰਤ ਕਟਹਿਰੇ 'ਚ ਖੜੇ ਕਰਕੇ ਉਹਨਾਂ ਦੀ ਜਵਾਬ ਤਲਬੀ ਕਰਨ ਵਾਲੀ ਇੱਕ ਨੈਤਿਕ ਅਥਾਰਟੀ ਹੋਂਦ 'ਚ ਆ ਚੁੱਕੀ ਸੀ, ਜਿਸ ਨੂੰ ਸਿੱਧੇ ਮੱਥੇ ਚੁਣੌਤੀ ਦੇਣ ਦੀ ਉਹਨਾਂ ਅੰਦਰ ਨੈਤਿਕ ਹਿੰਮਤ ਨਹੀਂ ਸੀ। ਇਹ ਵਰਤਾਰਾ ਅਕਾਲੀ ਰਾਜਨੀਤੀ ਦੇ ਲੰਮੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਵਾਪਰ ਰਿਹਾ ਸੀ, ਜਦ ਸਿੱਖ ਸੰਗਤਾਂ ਨਾਲ ਵਾਰ-ਵਾਰ ਰਾਜਨੀਤਿਕ ਧੋਖੇਦੇਹੀ ਕਰਦੇ ਆ ਰਹੇ ਅਕਾਲੀ ਆਗੂਆਂ ਨੂੰ ਸੰਘਰਸ਼ ਤੋਂ ਭੱਜਣ ਦਾ ਕੋਈ ਵੀ ਸੌਖਾ ਰਾਹ ਨਹੀਂ ਸੀ ਲੱਭ ਰਿਹਾ। ਸੰਤ ਭਿੰਡਰਾਂਵਾਲਾ ਅਕਾਲੀ ਆਗੂਆਂ ਦੇ ਬਦ-ਈਮਾਨੇ ਤੇ ਬੇਪਰਤੀਤੇ ਕਿਰਦਾਰ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਇਸ ਕਰਕੇ ਉਹ ਸੰਘਰਸ਼ ਦੌਰਾਨ ਉਹਨਾਂ ਦੀ ਹਰ ਸਰਗਰਮੀ ਤੇ ਰਾਜਨੀਤਿਕ ਪੈਂਤੜੇਬਾਜ਼ੀ ਉੱਤੇ ਕਰੜੀ ਨਜ਼ਰ ਰੱਖ ਕੇ ਚੱਲ ਰਿਹਾ ਸੀ। ਉਹ ਅਕਾਲੀ ਆਗੂਆਂ ਨੂੰ ਲੱਗੀ ਹੋਈ ਸਮਝੌਤੇ ਦੀ ਅਚਵੀ ਬਾਰੇ ਅਤੇ ਇਸ ਮਕਸਦ ਲਈ ਉਹਨਾਂ ਵੱਲੋਂ ਚੋਰਾਂ ਵਾਂਗ ਮਾਰੇ ਜਾ ਰਹੇ ਦਿੱਲੀ ਦੇ ਗੇੜਿਆਂ ਬਾਰੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਰਿਵਾਜਨ ਕਮਿਸ਼ਨ ਦੇ ਠੰਡੇ ਬਸਤੇ ਵਿੱਚ ਰੱਖ ਦੇਣ ਦੀਆਂ ਉਹਨਾਂ ਦੀਆਂ ਰਾਜਸੀ ਤਰਕੀਬਾਂ ਬਾਰੇ ਪੂਰੀ ਤਰ੍ਹਾਂ ਬਾਖਬਰ ਸੀ। ਉਸ ਨੂੰ ਆਪਣੇ ਭਰੋਸੇਯੋਗ ਵਸੀਲਿਆਂ ਤੋਂ ਇਹ ਖਬਰਾਂ ਚੁੱਕ ਮਿਲ ਰਹੀਆਂ ਸਨ ਕਿ ਕੇਂਦਰੀ ਹਾਕਮਾਂ ਨਾਲ ਗੱਲਬਾਤ ਦੇ ਕਈ ਖੁੱਲ੍ਹੇ ਤੇ ਗੁਪਤ ਗੇੜਾਂ ਤੋਂ ਬਾਅਦ ਅਕਾਲੀ ਆਗੂ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਨੂੰ ਕਿਸੇ ਹੱਦਬੰਦੀ ਕਮਿਸ਼ਨ ਦੇ ਪੇਟੇ ਪਾਉਣ, ਦਰਿਆਈ ਪਾਣੀਆਂ ਦੇ ਝਗੜੇ ਦਾ ਮਸਲਾ ਸੁਪਰੀਮ ਕੋਰਟ ਨੂੰ ਸੌਂਪਣ ਤੇ ਅਨੰਦਪੁਰ ਦੇ ਮਤੇ ਨੂੰ ਸਰਕਾਰੀਆ ਕਮਿਸ਼ਨ ਦੇ ਹਵਾਲੇ ਕਰ ਦੇਣ ਲਈ ਰਜ਼ਾਮੰਦ ਹੋ ਗਏ ਸਨ। ਇੱਥੋਂ ਤੱਕ ਕਿ ਪੰਜਾਬ ਨੂੰ ਸਾਲਮ ਚੰਡੀਗੜ੍ਹ ਨਾ ਮਿਲਣ ਦੀ ਸੂਰਤ 'ਚ ਕੁਝ ਅਕਾਲੀ ਆਗੂ ਕੇਂਦਰੀ ਹਾਕਮਾਂ ਦੀ ਚੰਡੀਗੜ੍ਹ ਦੀ 70 ਤੇ 30 ਦੇ ਅਨੁਪਾਤ ਵਿੱਚ ਬਟਵਾਰਾ ਕਰਨ ਦੀ ਤਜਵੀਜ਼ ਨਾਲ ਵੀ ਸਹਿਮਤ ਹੋ ਜਾਣ ਦਾ ਰੁਖ ਪ੍ਰਗਟਾ ਰਹੇ ਸਨ। ਇਸ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਸੰਤ ਭਿੰਡਰਾਂਵਾਲੇ ਸਿੱਖ ਸੰਗਤਾਂ ਨੂੰ ਵਾਰ-ਵਾਰ ਚੌਕੰਨੇ ਕਰ ਰਹੇ ਸਨ ਕਿ ਅਕਾਲੀ ਆਗੂਆਂ ਵੱਲੋਂ ਇੱਕ ਵਾਰ ਫਿਰ ਆਪਣਾ ਥੁੱਕਿਆ ਚੱਟਣ ਅਰਥਾਤ ਪੂਰੀਆਂ ਮੰਗਾਂ ਮਨਵਾਉਣ ਤੱਕ ਮੋਰਚਾ ਜਾਰੀ ਰੱਖਣ ਦੇ ਐਲਾਨਾਂ ਤੇ ਵਚਨਾਂ ਤੋਂ ਸ਼ਰੇਆਮ ਭੱਜ ਨਿਕਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਹਿਲਾਂ ਵਾਂਗ ਹੀ ਸਿੱਖ ਸੰਗਤਾਂ ਨੂੰ ਧੋਖੇ ਤੇ ਹਨੇਰੇ 'ਚ ਰੱਖ ਕੇ ਕਿਸੇ ਲੂਲੇ ਲੰਗੜੇ ਸਮਝੌਤੇ ਦੀਆਂ ਗੂੰਦਾਂ ਗੁੰਦੀਆਂ ਜਾ ਰਹੀਆਂ ਹਨ। ਅਕਾਲੀ ਆਗੂਆਂ ਦੁਆਰਾ ਇਤਿਹਾਸ ਦੇ ਅੰਦਰ ਵਾਰ-ਵਾਰ ਬਿਨਾਂ ਮੰਗਾਂ ਮਨਵਾਏ ਸੰਘਰਸ਼ ਨੂੰ ਅੱਧ ਵਿਚਾਲਿਓਂ ਡੋਬਾ ਦੇ ਜਾਣ ਦਾ ਸੱਚ ਸਿੱਖ ਜਨਤਾ ਦੇ ਮਨਾਂ ਅੰਦਰ ਯਾਦਾਂ ਦੀ ਛਿਲਤਰ ਬਣ ਕੇ ਖੁੱਭਿਆ ਪਿਆ ਸੀ। ਇਸ ਕਰਕੇ ਸੰਤ ਭਿੰਡਰਾਂਵਾਲੇ ਦੀਆਂ ਕੁਸੈਲੀਆਂ ਸਪਸ਼ਟ ਬਿਆਨੀਆਂ ਸਿੱਖ ਜਨਤਾ ਦੇ ਮਨਾਂ ਉੱਤੇ ਤਿੱਖਾ ਅਸਰ ਛੱਡ ਰਹੀਆਂ ਸਨ। ਸਿੱਖ ਜਨਤਾ ਦੀਆਂ ਨਜ਼ਰਾਂ 'ਚ ਅਕਾਲੀ ਆਗੂਆਂ ਨੂੰ ਕਾਣੇ ਸਾਬਤ ਕਰਨ ਵਿੱਚ ਉਸ ਨੂੰ ਭਾਰੀ ਸਫਲਤਾ ਮਿਲ ਰਹੀ ਸੀ। ਉਹ ਸਿੱਖ ਸੰਗਤਾਂ ਨੂੰ ਇਹ ਗੱਲ ਵਾਰ-ਵਾਰ ਚਿਤਾਰਨ ਤੋਂ ਨਹੀਂ ਸੀ ਉਕ ਰਹੇ ਕਿ ਮੈਂ ਕੋਈ ਤੁਹਾਡਾ ਆਗੂ ਨਹੀਂ, ਮੈਂ ਤਾਂ ਕੌਮ ਦਾ ਚੌਕੀਦਾਰ ਹਾਂ ਅਤੇ ਚੌਕੀਦਾਰ ਦੇ ਨਾਤੇ ਤੁਹਾਨੂੰ ਖਬਰਦਾਰ ਕਰਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ। ਮੈਂ ਜ਼ਿੰਮੇਵਾਰੀ ਨਿਭਾਉਣ ਤੋਂ ਉਕਣਾ ਨਹੀਂ। ਜੇ ਸਾਡਾ ਕੋਈ ਵੀ ਆਗੂ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਤੋਂ ਘੱਟ ਕਬੂਲ ਕਰ ਲੈਂਦਾ ਹੈ ਤਾਂ ਮੈਂ ਉਸ ਨੂੰ ਸੰਗਤਾਂ ਦੇ ਸਾਹਮਣੇ ਨੰਗਾ ਕਰਾਂਗਾ। ਸੋ ਇਸ ਤਰ੍ਹਾਂ ਸੰਤ ਭਿੰਡਰਾਂਵਾਲਾ ਕਹਿਣ ਨੂੰ ਸਿਰਫ ਚੌਕੀਦਾਰ ਦਾ ਪਰ
ਅਸਲੀਅਤ ਵਿੱਚ ਨਾਲ ਹੀ ਥਾਣੇਦਾਰ ਦਾ ਵੀ ਰੋਲ ਨਿਭਾ ਰਿਹਾ ਸੀ। ਉਸ ਵੱਲੋਂ ਅਕਾਲੀ ਆਗੂਆਂ ਦੀ ਰਣਨੀਤੀ ਜਾਂ ਰਾਜਨੀਤੀ ਉਹਨਾਂ ਦੇ ਸਦਾਚਾਰ ਤੇ ਸੱਭਿਆਚਾਰ ਸਭ ਕੁਝ ਨੂੰ ਛੱਜ ਵਿੱਚ ਪਾ ਕੇ ਛੰਡਿਆ ਜਾ ਰਿਹਾ ਸੀ। ਇਖਲਾਕੀ ਤੌਰ ਤੇ ਕਾਣੇ ਤੇ ਰਾਜਸੀ ਤੌਰ ਤੇ ਨਿਤਾਣੇ ਹੋਏ ਅਕਾਲੀ ਆਗੂਆਂ ਨੂੰ ਮਜਬੂਰੀ ਵਸ ਸੰਤ ਭਿੰਡਰਾਂਵਾਲੇ ਦੀਆਂ ਤੱਤੀਆਂ ਠੰਡੀਆਂ ਸਭ ਸੁਣਨੀਆਂ ਤੇ ਸਹਿਣੀਆਂ ਪੈ ਰਹੀਆਂ ਸਨ। ਉਧਰ ਅਕਾਲੀ ਆਗੂਆਂ ਨੂੰ ਇਸ ਕਦਰ ਲਫਾ ਲੈਣ ਤੋਂ ਬਾਅਦ ਵੀ ਇੰਦਰਾ ਗਾਂਧੀ ਸਮਝੌਤੇ ਉੱਤੇ ਸਹੀ ਪਾਉਣ ਤੋਂ ਲਗਾਤਾਰ ਟਾਲ ਮਟੋਲ ਕਰਦੀ ਰਹੀ। ਅਸਲ ਵਿੱਚ ਜਿਵੇਂ ਕਿ ਦੱਸਿਆ ਜਾ ਚੁੱਕਾ ਹੈ, ਇੰਦਰਾ ਗਾਂਧੀ ਸਮਝੌਤੇ ਪ੍ਰਤੀ ਦਿਲੋਂ ਸੁਹਿਰਦ ਤੇ ਗੰਭੀਰ ਨਹੀਂ ਸੀ। ਸਮਝੌਤੇ ਲਈ ਲਗਾਤਾਰ ਗੱਲਬਾਤ ਦਾ ਸਾਰਾ ਅਡੰਬਰ ਅਕਾਲੀ ਆਗੂਆਂ ਨੂੰ ਛਲਣ ਤੇ ਨੀਵੇਂ ਦਿਖਾਉਣ ਲਈ ਹੀ ਰਚਿਆ ਗਿਆ ਸੀ। ਅਕਾਲੀ ਆਗੂ ਆਪਣੀ ਰਾਜਨੀਤਿਕ ਨਾਦਾਨੀ ਤੇ ਕੱਚਪੁਣੇ ਦੀ ਵਜ੍ਹਾ ਕਰਕੇ ਇੰਦਰਾ ਗਾਂਧੀ ਦੀ ਇਸ ਚਾਲ ਦਾ ਸੌਖ ਨਾਲ ਹੀ ਸ਼ਿਕਾਰ ਹੋ ਗਏ। ਲੋਕ ਕਥਾ ਅੰਦਰਲੇ ਗੰਢਿਆਂ ਦੇ ਚੋਰ ਵਾਂਗ ਉਹਨਾਂ ਗੰਢੇ ਵੀ ਖਾ ਲਏ, ਅਰਥਾਤ ਉਹ ਸਿੱਖ ਜਨਤਾ ਦੀਆਂ ਨਜ਼ਰਾਂ 'ਚ ਗਿਰ ਵੀ ਗਏ ਤੇ ਨਾਲ ਹੀ ਜੁਰਮਾਨਾ ਵੀ ਭਰਨਾ ਪੈ ਗਿਆ। ਭਾਵ ਸਮਝੌਤੇ ਦੇ ਫਲ ਹੜੱਪਣ ਤੋਂ ਵੀ ਜਾਂਦੇ ਰਹੇ, ਪਰ ਫਿਰ ਵੀ ਉਹਨਾਂ ਸਮਝੌਤੇ ਦੀ ਉਮੀਦ ਦਾ ਪੱਲਾ ਨਹੀਂ ਛੱਡਿਆ। ਕੇਂਦਰ ਸਰਕਾਰ ਉੱਤੇ ਹੋਰ ਵੱਧ ਦਬਾਅ ਪਾ ਕੇ ਉਸ ਨੂੰ ਸਮਝੌਤੇ ਲਈ ਰਾਜ਼ੀ ਜਾਂ ਮਜਬੂਰ ਕਰ ਲੈਣ ਦੀ ਧੁੰਦਲੀ ਉਮੀਦ ਨਾਲ ਉਹ ਸੰਘਰਸ਼ ਅੰਦਰ ਹੋਰ ਵੱਧ ਤੇਜ਼ੀ ਤੇ ਤੀਖਣਤਾ ਲਿਆਉਣ ਲਈ ਲਗਾਤਾਰ ਮਜਬੂਰ ਹੁੰਦੇ ਚਲੇ ਗਏ। ਰਸਤਾ ਰੋਕੋ ਦੀ ਸਫਲ ਕਾਰਵਾਈ ਤੋਂ ਬਾਅਦ ਅਕਾਲੀ ਦਲ ਦੇ 29 ਅਗਸਤ 1983 ਦੇ ਕੰਮ ਰੋਕੋ ਦੇ ਸੱਦੇ ਉੱਤੇ ਪੰਜਾਬ ਦੇ ਸਾਰੇ ਦਫ਼ਤਰਾਂ ਤੇ ਅਦਾਰਿਆਂ ਅੰਦਰ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਸੀ। 8 ਫਰਵਰੀ 1984 ਨੂੰ ਅਕਾਲੀ ਦਲ ਨੇ ਕੇਂਦਰ ਸਰਕਾਰ ਦੀਆਂ ਸਿੱਖ ਦੁਸ਼ਮਣ ਨੀਤੀਆਂ ਤੇ ਕਾਰਵਾਈਆਂ ਖਿਲਾਫ ਰੋਸ ਪ੍ਰਗਟਾਉਣ ਲਈ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਸੀ। ਪੰਜਾਬ ਦੀ ਜਨਤਾ ਨੇ, ਖਾਸ ਕਰਕੇ ਸਿੱਖ ਵਰਗ ਨੇ ਇਸ ਸੱਦੇ ਦਾ ਬਹੁਤ ਹੀ ਜੋਸ਼ੀਲਾ ਹੁੰਗਾਰਾ ਭਰਿਆ। ਹਿੰਦੂ ਕੱਟੜਵਾਦੀ ਜਥੇਬੰਦੀਆਂ ਨੇ ਵਿਰੋਧ ਤੇ ਸ਼ਰੀਕੇ ਦੀ ਨੀਤੀ ਉੱਤੇ ਚੱਲਦਿਆਂ ਹੋਇਆਂ ਅਕਾਲੀ ਦਲ ਦੇ ਪੰਜਾਬ ਬੰਦ ਦੇ ਸਫਲ ਐਕਸ਼ਨ ਦੇ ਮੋੜਵੇਂ ਜਵਾਬ ਵਿੱਚ 14 ਤੋਂ 20 ਫਰਵਰੀ ਤੱਕ ਪੰਜਾਬ ਬੰਦ ਸਪਤਾਹ ਮਨਾਉਣ ਦਾ ਐਲਾਨ ਕਰ ਦਿੱਤਾ। ਹਿੰਦੂ ਫਿਰਕਾ ਪ੍ਰਸਤ ਤੱਤਾਂ ਨੇ ਇਸ ਸੱਦੇ ਉੱਤੇ ਗਰਮਜੋਸ਼ੀ ਨਾਲ ਅਮਲ ਕਰਦਿਆਂ ਹੋਇਆਂ ਇੱਕ ਵਾਰ ਫਿਰ ਆਪਣੀ ਫਿਰਕੂ ਜ਼ਿਹਨੀਅਤ ਦਾ ਕਰੂਪ ਮੁਜ਼ਾਹਰਾ ਕੀਤਾ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਕੇਂਦਰਾਂ ਅੰਦਰ ਲਗਾਤਾਰ ਕਈ ਦਿਨਾਂ ਤੱਕ ਸਿੱਖਾਂ ਤੇ ਉਹਨਾਂ ਦੇ ਕਾਰੋਬਾਰੀ ਸਾਧਨਾਂ ਤੇ ਟਿਕਾਣਿਆਂ ਉੱਤੇ ਵਿਉਂਤਬੰਦ ਢੰਗ ਨਾਲ ਹਮਲੇ ਕੀਤੇ ਜਾ ਰਹੇ ਸਨ। ਅੰਮ੍ਰਿਤਸਰ ਵਿਖੇ 14 ਫਰਵਰੀ ਨੂੰ ਹਿੰਦੂ ਹੁੱਲੜਬਾਜ਼ਾਂ ਦੀ ਇੱਕ ਭੀੜ ਨੇ ਰੇਲਵੇ ਸਟੇਸ਼ਨ ਉੱਤੇ ਲੱਗੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਨੂੰ ਬਹੁਤ ਹੀ ਨਿਰਾਦਰੀ ਭਰੇ ਢੰਗ ਨਾਲ ਤੋੜ ਸੁੱਟਿਆ। ਪਾਣੀਪਤ ਤੇ ਯਮੁਨਾ ਨਗਰ ਦੇ ਸ਼ਹਿਰਾਂ ਜੋ ਹਿੰਦੂ ਹੁੱਲੜਬਾਜ਼ ਤੱਤਾਂ ਦੇ ਬਦਨਾਮ ਗੜ੍ਹ ਬਣ ਕੇ ਉੱਭਰ ਆਏ ਸਨ, ਅੰਦਰ 19 ਫਰਵਰੀ ਨੂੰ ਹਿੰਦੂ ਦੰਗਾਕਾਰੀਆਂ ਨੇ ਪੁੱਜ ਕੇ ਫਿਰਕੂ ਧਮੱਚੜ ਮਚਾਇਆ, ਜਿਸ ਵਿੱਚ ਘੱਟੋ ਘੱਟ 9 ਸਿੱਖਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 3 ਗੁਰਦੁਆਰਿਆਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ। ਕਿੰਨੀਆਂ ਹੀ ਸਿੱਖ ਦੁਕਾਨਾਂ ਤੇ ਵਾਹਨਾਂ ਨੂੰ ਲੂਹ ਸੁੱਟਿਆ ਗਿਆ। ਇਹ ਤਾਂਡਵ ਨਾਚ ਪੁਲਿਸ ਦੀ ਮੌਜੂਦਗੀ 'ਚ ਤੇ ਉਸ ਦੀ ਨੰਗੀ ਸ਼ਹਿ ਉੱਤੇ ਨੱਚਿਆ ਗਿਆ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਹਰਿਆਣਾ ਸਰਕਾਰ ਉੱਤੇ ਖੁੱਲ੍ਹੇਆਮ ਇਹ ਦੋਸ਼ ਲਾਇਆ ਕਿ ਹਰਿਆਣੇ ਅੰਦਰ 14 ਤੋਂ 20 ਫਰਵਰੀ ਤੱਕ ਜੋ ਕੁਝ ਵਾਪਰਿਆ ਉਹ ਸਰਕਾਰ ਦੀ ਮਿਲੀ ਭੁਗਤ ਬਗੈਰ ਕਦਾਚਿਤ ਨਹੀਂ ਸੀ ਵਾਪਰ ਸਕਦਾ। ਹਿੰਦੂ ਤੱਤਾਂ ਦੇ ਇਸ ਫਿਰਕੂ ਝੱਲਪੁਣੇ ਨੇ ਸੰਤ ਭਿੰਡਰਾਂਵਾਲੇ ਦੇ ਵਿਚਾਰਾਂ ਤੇ ਕਥਨਾਂ ਨੂੰ ਹੋਰ ਪ੍ਰਮਾਣਿਕਤਾ ਮੁਹੱਈਆ ਕਰ ਦਿੱਤੀ ਅਤੇ ਉਸ ਅੰਦਰ ਇਸ ਬੇਹੂਦਗੀ ਦਾ ਕਰਾਰਾ ਜਵਾਬ ਦੇਣ ਦਾ ਸੰਕਲਪ ਹੋਰ ਤਕੜਾਈ ਫੜ ਗਿਆ। ਇਸ ਸਥਿਤੀ ਤੋਂ ਚਿੰਤਾਗ੍ਰਸਤ ਹੋਏ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ 22 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਸਭਨਾਂ ਜ਼ਿਲ੍ਹਾ ਜਥੇਦਾਰਾਂ ਦਾ ਇਕੱਠ ਬੁਲਾ ਲਿਆ। ਇਸ ਇਕੱਠ ਵਿੱਚ ਇਹ ਅਹਿਮ ਫੈਸਲਾ ਲਿਆ ਗਿਆ ਕਿ ਸਿੱਖਾਂ ਦੀ ਹਿੰਦੂਆਂ ਨਾਲੋਂ ਅਲੱਗ ਪਛਾਣ ਉੱਤੇ ਬਲ ਦੇਣ ਲਈ 27 ਫਰਵਰੀ ਨੂੰ ਦਿੱਲੀ ਤੇ ਚੰਡੀਗੜ੍ਹ ਵਿੱਚ
ਖੁੱਲੇ ਇਕੱਠ ਕਰਕੇ ਭਾਰਤੀ ਸੰਵਿਧਾਨ ਦੀ ਧਾਰਾ 25(2)(b) ਜੋ ਸਿੱਖ ਧਰਮ ਨੂੰ ਹਿੰਦੂ ਮਤ ਨਾਲ ਰਲਗੱਡ ਕਰਦੀ ਹੈ ਨੂੰ ਪਬਲਿਕ ਤੌਰ ਤੇ ਸਾੜਿਆ ਜਾਵੇ। ਅਕਾਲੀ ਦਲ ਦੇ ਇਸ ਐਲਾਨ ਦਾ ਦੇਸ਼ ਭਰ ਦੇ ਹਿੰਦੂ ਵਰਗ ਅੰਦਰ ਬਹੁਤ ਹੀ ਤਿੱਖਾ ਤੇ ਸ਼ੁਰੀਲਾ ਪ੍ਰਤੀਕਰਮ ਹੋਇਆ। ਹਿੰਦੂ ਪ੍ਰੈਸ ਅੰਦਰ ਇਸ ਨੂੰ ਸਿੱਖਾਂ ਦੀ ਭਾਰਤ ਦੇ ਸੰਵਿਧਾਨ ਤੋਂ ਨਾਵਰ ਹੋ ਜਾਣ ਦੀ ਦੇਸ਼ ਧਰੋਹੀ ਹਰਕਤ ਦਾ ਨਾਉਂ ਦਿੱਤਾ ਗਿਆ। ਹਿੰਦੂ ਪ੍ਰੈਸ ਵੱਲੋਂ ਸਿੱਖਾਂ ਵਿਰੁੱਧ ਚਿਰਾਂ ਤੋਂ ਚਲਾ ਰੱਖੀ ਹੋਈ ਭੰਡੀ ਪ੍ਰਚਾਰ ਦੀ ਮੁਹਿੰਮ ਅੰਦਰ ਹੋਰ ਵੱਧ ਬੇਹੂਦਗੀ ਲੈ ਆਂਦੀ ਗਈ। ਦੇਸ਼ ਦੇ ਸਾਰੇ ਪ੍ਰਮੁੱਖ ਹਿੰਦੂ ਅਖਬਾਰ, ਮੋਹਰੀ ਹਿੰਦੂ ਸੰਪਾਦਕ ਤੇ ਨਾਮੀ ਹਿੰਦੂ ਕਾਲਮ ਨਵੀਸ ਇੱਕ ਦੂਜੇ ਨਾਲੋਂ ਵੱਧ ਕੇ ਸਿੱਖਾਂ ਖਿਲਾਫ ਆਪਣੀ ਫਿਰਕੂ ਭੜਾਸ ਕੱਢਣ ਤੁਰ ਪਏ। ਜਿਹੜੀ ਵੀ ਕੋਈ ਗੱਲ ਸਿੱਖਾਂ ਦੇ ਮਾਣ ਵਿੱਚ ਜਾਂਦੀ ਹੈ ਜਾਂ ਆਪਣੇ ਜਿਨ੍ਹਾਂ ਵਿਸ਼ੇਸ਼ ਗੁਣਾਂ ਤੇ ਰਵਾਇਤਾਂ ਉੱਤੇ ਸਿੱਖ ਕੌਮ ਹਮੇਸ਼ਾ ਹੀ ਮਾਣ ਕਰਦੀ ਆਈ ਹੈ, ਤੰਗਦਿਲੀ ਦੇ ਸਾੜੇ ਦੇ ਡੰਗੇ ਹਿੰਦੂ ਸੰਪਾਦਕਾਂ, ਕਾਲਮ ਨਵੀਸਾਂ ਨੇ ਸਿੱਖ ਕੌਮ ਦੇ ਮਾਣ ਤੇ ਗੌਰਵ ਨੂੰ ਮਲੀਆ ਮੇਟ ਕਰ ਸੁੱਟਣ ਦੇ ਇਰਾਦੇ ਨਾਲ ਸਿੱਖ ਕੌਮ ਦੇ ਇਹਨਾਂ ਹੀ ਸ਼ਾਨ ਚਿੰਨ੍ਹਾਂ ਨੂੰ ਆਪਣੇ ਹਮਲੇ ਦਾ ਚੁਣਵਾਂ ਨਿਸ਼ਾਨਾ ਬਣਾਇਆ। ਹਿੰਦੂ ਹਾਕਮਾਂ ਦੀਆਂ ਫਿਰਕੂ ਵਿਤਕਰੇਬਾਜ਼ੀਆਂ ਤੇ ਬਦਗੁਮਾਨੀਆਂ ਦੇ ਹੱਥੋਂ ਤੰਗ ਆਏ ਸਿੱਖ ਆਗੂ ਵਾਰ-ਵਾਰ ਹਿੰਦੂਆਂ ਨੂੰ ਇਹ ਮਿਹਣਾ ਮਾਰਦੇ ਆ ਰਹੇ ਸਨ ਕਿ ਜਿਸ ਆਜ਼ਾਦੀ ਲਈ ਸਿੱਖ ਕੌਮ ਨੇ ਸਭ ਤੋਂ ਵੱਧ ਜ਼ਫਰ ਜਾਲੇ ਤੇ ਦੇਸ਼ ਅੰਦਰ ਆਪਣੀ ਵਸੋਂ ਦੇ ਅਨੁਪਾਤ ਨਾਲੋਂ ਕਈ ਗੁਣਾ ਵੱਧ ਕੁਰਬਾਨੀਆਂ ਦਿੱਤੀਆਂ, ਉਸੇ ਆਜ਼ਾਦੀ ਦੀਆਂ ਨਿਆਮਤਾਂ ਭੋਗ ਰਹੇ ਨਾ ਸ਼ੁਕਰੇ ਹਿੰਦੂ ਹਾਕਮਾਂ ਨੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਉਚੇਚਾ ਮੁੱਲ ਤਾਂ ਕੀ ਪਾਉਣਾ ਸੀ, ਉਹਨਾਂ ਕੋਲੋਂ ਉਹਨਾਂ ਦੇ ਬਣਦੇ ਹੱਕ ਵੀ ਖੋਹ ਲਏ ਗਏ ਹਨ ਅਤੇ ਉਹਨਾਂ ਨੂੰ ਦੇਸ਼ ਦੇ ਅੰਦਰ ਦੂਸਰੇ ਦਰਜੇ ਦੇ ਨਾਗਰਿਕ ਬਣਾ ਕੇ ਰੱਖ ਦਿੱਤਾ ਗਿਆ ਹੈ। ਦੂਜਾ, ਸਿੱਖਾਂ ਨੂੰ ਖਾਸ ਕਰਕੇ ਸਿੱਖ ਕਿਸਾਨੀ ਨੂੰ ਆਪਣੇ ਮਿਹਨਤੀ ਤੇ ਉਦਮੀ ਸੁਭਾਅ ਉੱਤੇ ਉਚੇਚਾ ਮਾਣ ਹੈ ਅਤੇ ਉਸ ਵੱਲੋਂ ਹਰੇ ਇਨਕਲਾਬ ਦੇ ਰੂਪ ਵਿੱਚ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਪਾਏ ਆਪਣੇ ਯੋਗਦਾਨ ਦਾ ਹਮੇਸ਼ਾ ਹੀ ਫਖਰ ਨਾਲ ਜ਼ਿਕਰ ਕੀਤਾ ਜਾਂਦਾ ਹੈ। ਸਿੱਖਾਂ ਦਾ ਦਾਅਵਾ ਹੈ ਕਿ ਇਹ ਪੰਜਾਬ ਦਾ ਸਿੱਖ ਕਿਸਾਨ ਹੀ ਹੈ ਜਿਸ ਨੇ ਆਪਣੀ ਹੱਡ ਭੰਨਵੀਂ ਮਿਹਨਤ ਤੇ ਯੁਕਤ ਨਾਲ ਪੰਜਾਬ ਅੰਦਰ ਅਨਾਜ ਦੀ ਪੈਦਾਵਾਰ ਅੰਦਰ ਵੱਡਾ ਇਜ਼ਾਫਾ ਕਰਕੇ ਦੇਸ਼ ਨੂੰ ਭੁੱਖਮਰੀ ਦੇ ਮੂੰਹ ਚੋਂ ਕੱਢ ਲਿਆਂਦਾ ਹੈ। ਸਿੱਖਾਂ ਦੇ ਇਹ ਦਾਅਵੇ ਬੇਬੁਨਿਆਦੀ ਹਨ। ਸਿੱਖਾਂ ਦੇ ਇਹ ਦਾਅਵੇ ਬੇਬੁਨਿਆਦ ਨਹੀਂ ਹਨ। ਉਹਨਾਂ ਦੇ ਸ਼ਿਕਵੇ ਤੇ ਤਾਨੇ ਮਿਹਣੇ ਵੀ ਬੇਵਜ੍ਹਾ ਨਹੀਂ ਹਨ। ਪਰ ਭਾਰਤ ਦੇ ਹਿੰਦੂ ਹਾਕਮਾਂ ਅੰਦਰ ਅਸਲ ਦੇ ਵਿੱਚ ਆਮ ਰੂਪ ਵਿੱਚ ਹੀ ਹਿੰਦੂ ਵਰਗ ਅੰਦਰ ਇਸ ਸੱਚ ਨੂੰ ਸੁਣਨ ਦਾ ਮਾਜਣਾ ਨਹੀਂ ਹੈ। ਇਸ ਨੂੰ ਸਲੀਕੇ ਦੇ ਨਾਲ ਕਬੂਲ ਕਰਨਾ ਤਾਂ ਦੂਰ ਦੀ ਗੱਲ ਹੈ। ਸਿੱਖਾਂ ਦੇ ਮੂੰਹੋਂ ਇਹ ਸਵੈ ਵਡਿਆਈਆਂ ਤੇ ਮਿਹਣੇ ਸੁਣ ਕੇ ਹਿੰਦੂ ਮਨ ਕਿਸ ਤਰ੍ਹਾਂ ਭੁੱਜ ਕੇ ਕੋਲਾ ਹੋਇਆ ਪਿਆ ਹੈ, ਇਸ ਦਾ ਪਤਾ ਉਦੋਂ ਲੱਗਦਾ ਹੈ ਜਦ ਦੇਸ਼ ਦੇ ਮੋਹਰੀ ਹਿੰਦੂ ਅਖਬਾਰਾਂ ਨੇ ਸਿੱਖਾਂ ਦੇ ਇਹਨਾਂ ਯਥਾਰਥਕ ਦਾਅਵਿਆਂ ਦਾ ਭੱਦੇ ਢੰਗ ਨਾਲ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ। ਸਿੱਖਾਂ ਨੂੰ ਭਾਰਤ ਦੀ ਆਜ਼ਾਦੀ ਤੇ ਸਰਗਰਮੀਆਂ ਦੇ ਉਲਟ ਅੰਗਰੇਜ਼ਾਂ ਦੇ ਪਿੱਠੂ ਸਿੱਧ ਕਰਨ ਦੇ ਬਦਨੀਤੇ ਯਤਨ ਕੀਤੇ ਜਾਣ ਲੱਗੇ ਅਤੇ ਇਸ ਮਕਸਦ ਲਈ ਇਤਿਹਾਸ ਨੂੰ ਨਿਰਲੱਜਪੁਣੇ ਨਾਲ ਵਿਗਾੜ ਕੇ ਪੇਸ਼ ਕੀਤਾ ਜਾਣ ਲੱਗਾ। ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦੇ ਕੁਝ ਅਹਿਮ ਮੋੜਾਂ ਤੇ ਘਟਨਾਵਾਂ ਨੂੰ ਸਮੁੱਚੇ ਸੰਦਰਭ ਨਾਲੋਂ ਤੋੜ ਕੇ ਬੇਈਮਾਨੀ ਭਰੇ ਤਰੀਕੇ ਨਾਲ ਗਲਤ ਰੰਗਾਂ ਤੇ ਅਰਥਾਂ ਵਿੱਚ ਪੇਸ਼ ਕਰਨ ਤੋਂ ਸੰਕੋਚ ਨਾ ਕੀਤਾ ਗਿਆ। 1849 ਵਿੱਚ ਖਾਲਸਾ ਰਾਜ ਨੂੰ ਤਬਾਹ ਕਰਨ ਅਤੇ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਹੇਠ ਦੇਣ ਵਿੱਚ ਪੂਰਬੀਆਂ ਦੁਆਰਾ ਅੰਗਰੇਜ਼ ਫੌਜਾਂ ਦਾ ਖੁੱਲ੍ਹ ਕੇ ਹੱਥ ਵਟਾਉਣ ਦੀ ਸ਼ਰਮਨਾਕ ਕਾਰਵਾਈ ਨੂੰ ਤਾਂ ਚੋਰੀ ਦੇ ਮਾਲ ਵਾਂਗੂ ਇਤਿਹਾਸ ਦੇ ਹਨੇਰੇ ਤਹਿਖਾਨਿਆਂ ਅੰਦਰ ਦਬਾ ਛੁਪਾ ਕੇ ਰੱਖਿਆ, ਜਦਕਿ ਪੂਰਬੀਆਂ ਦੀ ਇਸ ਸਿੱਖ ਦੁਸ਼ਮਣੀ ਦੇ ਸਿਰਫ 8 ਸਾਲਾਂ ਬਾਅਦ 1857 ਵਿੱਚ ਸਿੱਖਾਂ ਵੱਲੋਂ ਉਹਨਾਂ ਦੀ ਮਦਦ ਤੇ ਆਉਣ ਤੋਂ ਇਨਕਾਰੀ ਹੋ ਜਾਣ ਦੇ ਕਰਮ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਨਾਲ ਧੋ ਕਮਾਉਣ ਦਾ ਗੁਨਾਹ ਦੇ ਕੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਝੋਲੀ ਚੁੱਕ ਦਰਸਾਉਣ ਦੀਆਂ ਬਦਈਮਾਨ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸੇ ਹੀ ਤਰ੍ਹਾਂ ਹਰੇ ਇਨਕਲਾਬ ਅੰਦਰ ਸਿੱਖ ਕਿਸਾਨੀ ਦੀ ਮਿਹਨਤ ਤੇ ਉਦਮ ਨੂੰ ਨਕਾਰ ਕੇ ਇਸ ਦੀ ਸਫਲਤਾ ਦਾ ਸਾਰਾ ਮਾਣ ਸਰਕਾਰੀ ਇਮਦਾਦ ਨੂੰ ਦਿੱਤਾ ਜਾਣ ਲੱਗਾ। ਸਿਰਫ ਇੰਨਾ ਹੀ ਨਹੀਂ, ਸਿੱਖਾਂ ਦੇ ਧਰਮ, ਉਹਨਾਂ ਦੇ ਸੱਭਿਆਚਾਰ, ਉਹਨਾਂ ਦੀ ਵਿਚਾਰਧਾਰਾ
ਉਹਨਾਂ ਦੀਆਂ ਰਵਾਇਤਾਂ, ਇਤਿਹਾਸ ਦੇ ਅੰਦਰ ਉਹਨਾਂ ਦੇ ਕਾਰਨਾਮਿਆਂ ਅਤੇ ਉਹਨਾਂ ਦੀਆਂ ਆਕਾਂਖਿਆਵਾਂ ਸਾਰੇ ਕੁਝ ਨੂੰ ਗਲਤ ਰੰਗਾਂ ਵਿੱਚ ਚਿਤਰਣ ਦੀਆਂ ਭੜਕਾਊ ਕੋਸ਼ਿਸ਼ਾਂ ਕੀਤੀਆਂ ਗਈਆਂ। ਸਿੱਖਾਂ ਨੂੰ ਸਿੱਧੜ, ਲੋਲੇ, ਜਾਹਲ, ਜਮਾਂਦਰੂ ਤੌਰ ਤੇ ਵੈਸ਼ੀ, ਭਾੜੇ ਦੇ ਟੱਟੂ ਤੇ ਬੇਇਤਬਾਰੇ ਸਿੱਧ ਕਰਨ ਲਈ ਕੋਰੀ ਝੂਠ ਬਿਆਨੀ ਤੇ ਬੇਈਮਾਨੀ ਦਾ ਰਜਵਾਂ ਆਸਰਾ ਲਿਆ ਗਿਆ। ਇਸ ਤਰ੍ਹਾਂ ਦੇ ਪ੍ਰਭਾਵ ਵੀ ਦਿੱਤੇ ਗਏ ਕਿ ਸਿੱਖਾਂ ਦੀ ਨਸਲ ਤੇ ਜਾਤ ਦੇ ਅੰਦਰ ਵੀ ਕੁਝ ਜਮਾਂਦਰੂ ਐਬ ਤੇ ਊਣਤਾਈਆਂ ਹਨ। ਕੂੜ ਪ੍ਰਚਾਰ ਤੇ ਤੋਹਮਤਬਾਜ਼ੀ ਦੀ ਇਸ ਵਿਉਂਤਬੱਧ ਮੁਹਿੰਮ ਦਾ ਮਕਸਦ ਦੇਸ਼ ਅੰਦਰ ਸਿੱਖਾਂ ਦੇ ਖਿਲਾਫ ਇੱਕ ਤਕੜਾ ਕੇਸ ਤਿਆਰ ਕਰਨਾ ਸੀ। ਇਹ ਕੁੱਤੇ ਨੂੰ ਪਹਿਲਾਂ ਬਦਨਾਮ ਕਰੋ ਤੇ ਫਿਰ ਉਸ ਨੂੰ ਗੋਲੀ ਮਾਰ ਦੇਵੋ ਦੀ ਅੰਗਰੇਜ਼ੀ ਕਹਾਵਤ ਨੂੰ ਸਿੱਖਾਂ ਉੱਤੇ ਪ੍ਰਬੀਨਤਾ ਨਾਲ ਲਾਗੂ ਕਰਨ ਦੀ ਮੱਕਾਰ ਕੋਸ਼ਿਸ਼ ਸੀ। ਬੇਈਮਾਨੀ ਦੀ ਹੱਦ ਇਹ ਕਿ ਸੰਤ ਭਿੰਡਰਾਂਵਾਲੇ ਦੇ ਕਥਿਤ ਫਿਰਕੂ ਵਿਚਾਰਾਂ ਤੇ ਵੱਖਵਾਦੀ ਕਾਰਵਾਈਆਂ ਨੂੰ ਭੰਡਣ ਵਿੱਚ ਤਾਂ ਹਿੰਦੂ ਵਰਗ ਦਾ ਕੋਈ ਵੀ ਭਾਗ ਰਤੀ ਉਕਾਈ ਨਹੀਂ ਸੀ ਕਰ ਰਿਹਾ, ਪਰ ਨਾਮਵਰ ਹਿੰਦੂ ਸੰਪਾਦਕਾਂ ਤੇ ਕਾਲਮ ਨਵੀਸਾਂ ਵੱਲੋਂ ਅਖਬਾਰਾਂ ਭਰ ਕੇ ਵਰਤਾਈ ਜਾ ਰਹੀ ਇਸ ਫਿਰਕੂ ਜ਼ਹਿਰ ਦਾ ਉੱਕਾ ਹੀ ਕੋਈ ਨੋਟਿਸ ਨਹੀਂ ਸੀ ਲਿਆ ਜਾ ਰਿਹਾ। ਦੇਸ਼ ਅੰਦਰ ਦੋਹਰੇ ਕਾਨੂੰਨਾਂ ਤੇ ਹਿੰਦੂ ਵਰਗ ਦੇ ਦੋਹਰੇ ਮਿਆਰਾਂ ਦਾ ਇਸ ਤੋਂ ਨੰਗਾ ਸਬੂਤ ਹੋਰ ਕੀ ਹੋ ਸਕਦਾ ਸੀ। ਹਿੰਦੂ ਮੀਡੀਏ ਦੇ ਇਸ ਅਖੜ ਹਮਲਾਵਰ ਰੋਖ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਸੀ ਕਿ ਸਿੱਖਾਂ ਉੱਤੇ ਕਿਸੇ ਵੱਡੇ ਤੇ ਖੌਫਨਾਕ ਹਮਲੇ ਦੀਆਂ ਤਿਆਰੀਆਂ ਹੋ ਰਹੀਆਂ ਸਨ। ਇਸ ਡਰਾਉਣੀ ਸਥਿਤੀ ਦਾ ਸਿੱਖ ਭਾਈਚਾਰੇ ਉੱਤੇ ਦੋਹਰਾ ਪ੍ਰਭਾਵ ਪ੍ਰਗਟ ਹੋਣ ਲੱਗਾ। ਪੰਜਾਬ ਤੋਂ ਬਾਹਰਲੇ ਰਾਜਾਂ 'ਚ ਵੱਸਦੇ ਸਿੱਖ ਭਾਈਚਾਰੇ ਦੇ ਜ਼ਿਆਦਾ ਹਿੱਸੇ ਯਕੀਨੀ ਤੌਰ ਤੇ ਹੀ ਇਸ ਹਾਲਤ ਦਾ ਭਾਰੀ ਮਾਨਸਿਕ ਦਬਾਅ ਤੇ ਸਹਿਮ ਮਹਿਸੂਸ ਕਰਨ ਲੱਗ ਪਏ ਸਨ। ਅਜਿਹਾ ਹੋਣਾ ਗੈਰ ਕੁਦਰਤੀ ਨਹੀਂ ਸੀ। ਕਾਰਨ ਇਹ ਕਿ ਪੰਜਾਬ ਤੋਂ ਬਾਹਰ ਸਿੱਖ ਭਾਈਚਾਰੇ ਦਾ ਵੱਡਾ ਭਾਗ ਸ਼ਹਿਰਾਂ ਅੰਦਰ ਰਹਿੰਦਾ ਹੈ ਅਤੇ ਉਹ ਆਪਣੇ ਆਪ ਨੂੰ ਹਰ ਪੱਖ ਤੋਂ ਬਹੁਗਿਣਤੀ ਵਰਗ ਵਿੱਚ ਬੁਰੀ ਤਰ੍ਹਾਂ ਘਿਰਿਆ ਮਹਿਸੂਸ ਕਰਦਾ ਹੈ। ਭਾਵੇਂ ਦਿੱਲੀ ਅੰਦਰ ਸਿੱਖਾਂ ਦੀ ਗਿਣਤੀ ਚੋਖੀ ਕਹੀ ਜਾ ਸਕਦੀ ਹੈ, ਪਰ ਉੱਥੇ ਵੀ ਗਿਣਤੀ ਨਾਲੋਂ ਅਹਿਮ ਗੱਲ ਸੱਤਾ ਅੰਦਰ ਹਿੱਸੇਦਾਰੀ ਦੀ ਹੈ। ਪੰਜਾਬ ਤੋਂ ਬਾਹਰ ਵੱਸਦੇ ਸਿੱਖ ਭਾਈਚਾਰੇ ਦਾ ਇਹ ਸਰਬ ਸਾਂਝਾ ਦੁਖਾਂਤ ਤੇ ਦੁਰਭਾਗ ਹੈ ਕਿ ਉਸ ਦੀ ਕਿਸੇ ਵੀ ਜਗ੍ਹਾ ਰਾਜਸੀ ਸੱਤਾ ਵਿੱਚ ਕੋਈ ਪੁੱਗਤ ਨਹੀਂ। ਤਗੜੀ ਸਿੱਖ ਵਸੋਂ ਦੇ ਬਾਵਜੂਦ ਦਿੱਲੀ ਅੰਦਰ ਵੀ ਸਿੱਖ ਭਾਈਚਾਰੇ ਨੂੰ ਸੱਤਾ ਅੰਦਰ ਮੂਲੋਂ ਹੀ ਊਣੀ ਐਵੇਂ ਨਾਮਾਤਰ ਹੀ ਨੁਮਾਇੰਦਗੀ ਨਸੀਬ ਹੁੰਦੀ ਹੈ। ਦਿੱਲੀ ਹੋਵੇ ਜਾਂ ਹਰਿਆਣਾ, ਰਾਜਸਥਾਨ ਹੋਵੇ ਜਾਂ ਉੱਤਰ ਪ੍ਰਦੇਸ਼ ਅਤੇ ਜਾਂ ਹੋਰ ਕੋਈ ਵੀ ਭਾਰੂ ਹਿੰਦੀ ਰਾਜ, ਹਰ ਜਗ੍ਹਾ ਹੀ ਰਾਜ ਸੱਤਾ ਤੇ ਪ੍ਰਸ਼ਾਸਨ ਦਾ ਖਾਸਾ ਫਿਰਕੂ ਹੈ। ਇਸੇ ਕਰਕੇ ਇਹਨਾਂ ਰਾਜਾਂ ਅੰਦਰ ਸਿੱਖ ਭਾਈਚਾਰਾ ਹਿੰਦੂ ਬਹੁਗਿਣਤੀ ਦੇ ਰਾਜਨੀਤਿਕ ਤੇ ਮਨੋਵਿਗਿਆਨਕ ਦਬਾਅ ਹੇਠ ਰਹਿੰਦਾ ਹੈ। ਧਰਮ ਯੁੱਧ ਮੋਰਚੇ ਦੌਰਾਨ ਭਾਰਤੀ ਹਾਕਮ ਤੇ ਹਿੰਦੂ ਵਰਗ ਅੰਦਰਲੀਆਂ ਕੱਟੜਪੰਥੀ ਤਾਕਤਾਂ ਪੰਜਾਬ ਤੋਂ ਬਾਹਰਲੇ ਸਿੱਖ ਭਾਈਚਾਰੇ ਦੀ ਇਸ ਤਰਾਸਦਿਕ ਸਥਿਤੀ ਦਾ ਸਿੱਖ ਕੌਮ ਵਿਰੁੱਧ ਆਪਣੇ ਫਿਰਕੂ ਜਹਾਦ ਦੇ ਅੰਦਰ ਸੁਚੇਤ ਪੱਧਰ ਤੇ ਇੱਕ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕਰਨ ਦੀ ਪਹੁੰਚ ਤੇ ਨੀਤੀ ਬਣਾ ਕੇ ਚੱਲ ਰਹੀਆਂ ਸਨ। ਉਹਨਾਂ ਅਮਲੀ ਤੌਰ ਤੇ ਪੰਜਾਬ ਤੋਂ ਬਾਹਰਲੇ ਸਿੱਖ ਭਾਈਚਾਰੇ ਨੂੰ ਬੰਦੀ ਬਣਾ ਰੱਖਿਆ ਹੋਇਆ ਸੀ ਅਤੇ ਹਰ ਥੋੜੇ ਵਕਫੇ ਬਾਅਦ ਇਸ ਸਿੱਖ ਵਰਗ ਦੀ ਸੁਰੱਖਿਅਤਾ ਦਾ ਡਰਾਵਾ ਦੇ ਕੇ ਸਿੱਖ ਸੰਘਰਸ਼ ਦੀਆਂ ਅਗਵਾਨੂ ਤਾਕਤਾਂ ਨੂੰ ਬਲੈਕਮੇਲ ਕਰਨ ਦੇ ਯਤਨ ਕੀਤੇ ਜਾ ਰਹੇ ਸਨ। ਟਾਈਮਜ਼ ਆਫ ਇੰਡੀਆ ਦੇ ਤਤਕਾਲੀਨ ਮੁੱਖ ਸੰਪਾਦਕ ਗਿਰੀਲਾਲ ਜੈਨ, ਜੋ ਉਨੀ ਦਿਨੀ ਸਿੱਖਾਂ ਵਿਰੁੱਧ ਵਿਹਲੀ ਪ੍ਰਚਾਰ ਮੁਹਿੰਮ ਦਾ ਮੋਹਰੀ ਬਣਿਆ ਹੋਇਆ ਸੀ, ਦੁਆਰਾ 7 ਮਾਰਚ 1984 ਨੂੰ ਲਿਖਿਆ ਗਿਆ ਸੰਪਾਦਕੀ ਲੇਖ ਇਸ ਬਲੈਕਮੇਲ ਦੀ ਰਾਜਨੀਤੀ ਦਾ ਸਿੱਕੇਬੰਦ ਨਮੂਨਾ ਮੰਨਿਆ ਜਾ ਸਕਦਾ ਹੈ। ਸਿੱਖ ਕੌਮ ਵਿਰੁੱਧ ਡਰਾਵੇ ਤੇ ਬਲੈਕਮੇਲ ਦੀ ਅਖੜ ਭਾਸ਼ਾ ਦਾ ਇਸਤੇਮਾਲ ਕਰਦਿਆਂ ਹੋਇਆਂ ਉਸਨੇ ਲਿਖਿਆ ਕਿ ਇਤਿਹਾਸ ਦੇ ਅੰਦਰ ਸਿੱਖ ਭਾਈਚਾਰੇ ਦੇ 11 ਵੱਜ ਚੁੱਕੇ ਹਨ। ਉਸ ਨੂੰ ਚਾਹੀਦਾ ਹੈ ਕਿ ਉਹ ਘੜੀ ਨੂੰ ਪੁੱਠਾ ਗੇੜਾ ਦੇਵੇ। ਅਜੇ ਵੀ ਇਸ ਦੀ ਸੰਭਾਵਨਾ ਮੌਜੂਦ ਹੈ। ਇਸ ਤੋਂ ਪਹਿਲਾਂ ਕਿ ਰਾਤ ਦੇ 12 ਵੱਜ ਜਾਣ, ਸਿੱਖਾਂ ਨੂੰ ਇਸ ਚੇਤਾਵਨੀ ਵੱਲ ਕੰਨ ਕਰ ਲੈਣਾ ਚਾਹੀਦਾ ਹੈ। ਜੇਕਰ ਉਸ ਵੇਲੇ ਰਾਜਸੀ ਦ੍ਰਿਸ਼ ਉੱਤੇ ਸੰਤ ਭਿੰਡਰਾਂਵਾਲਾ ਮੌਜੂਦ ਨਾ ਹੁੰਦਾ ਤਾਂ ਹਿੰਦੂ ਵਰਗ ਦਾ ਇਹ ਕਪਟੀ ਹਥਿਆਰ ਪੂਰੀ ਤਰ੍ਹਾਂ ਕਾਰਗਰ ਹੋ ਜਾਣਾ ਸੀ, ਕਿਉਂਕਿ ਅਕਾਲੀ ਆਗੂ ਆਪਣੇ ਰਾਜਨੀਤਿਕ ਨਜ਼ਰੀਏ ਤੇ ਸ਼ਖਸੀ ਔਗੁਣਾਂ ਦੇ ਰਲਵੇਂ ਅਸਰ ਸਦਕਾ
ਇਹ ਦਬਾਅ ਕਬੂਲਣ ਦੀ ਜ਼ੋਰਦਾਰ ਪ੍ਰਵਿਰਤੀ ਰੱਖਦੇ ਸਨ। ਇਸ ਵਜ੍ਹਾ ਕਰਕੇ ਹਿੰਦੂ ਆਗੂਆਂ ਦੀ ਹਰ ਯਰਕਾਊ ਪੈਂਤੜੇਬਾਜ਼ੀ ਤੋਂ ਭੈਭੀਤ ਹੋਇਆ ਦਿੱਲੀ ਦਾ ਪਤਵੰਤਾ ਸਿੱਖ ਵਰਗ ਫੌਰਨ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਨਰਮਪੰਥੀ ਅਕਾਲੀ ਆਗੂਆਂ ਵੱਲ ਭੱਜ ਲੈਂਦਾ ਸੀ ਅਤੇ ਉਹਨਾਂ ਕੋਲੋਂ ਵਿਵੇਕ ਤੇ ਰਹਿਮ ਦੀ ਮੰਗ ਕਰਨ ਲੱਗ ਪੈਂਦਾ ਸੀ। ਪਰ ਆਸੀ ਦ੍ਰਿਸ਼ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਖੜਕਵੀਂ ਮੌਜੂਦਗੀ ਹਿੰਦੂ ਆਗੂਆਂ ਦਾ ਇਹ ਕਪਟੀ ਦਾ ਫੱਬਣ ਨਹੀਂ ਸੀ ਦੇ ਰਹੀ। ਇਹ ਨਹੀਂ ਕਿ ਸੰਤ ਭਿੰਡਰਾਂਵਾਲੇ ਨੂੰ ਪੰਜਾਬ ਤੋਂ ਬਾਹਰ ਵਸਦੇ ਸਿੱਖ ਭਾਈਚਾਰੇ ਨਾਲ ਕੋਈ ਲਗਾਅ ਜਾਂ ਦਰਦ ਨਹੀਂ ਸੀ। ਅਸਲ ਗੱਲ ਇਹ ਸੀ ਕਿ ਉਸ ਦਾ ਇਸ ਮਾਮਲੇ ਪ੍ਰਤੀ ਦ੍ਰਿਸ਼ਟੀਕੋਣ ਅਹਿਮ ਰੂਪ ਵਿੱਚ ਅਲੱਗ ਸੀ। ਹਰ ਮਸਲੇ ਵਾਂਗ ਹੀ ਉਹ ਇਸ ਮਸਲੇ ਨੂੰ ਵੀ ਸਿੱਖ ਕੌਮ ਦੀ ਆਜ਼ਾਦੀ ਦੇ ਨੁਕਤਾ ਨਜ਼ਰ ਤੋਂ ਹੀ ਦੇਖਦੇ ਸਨ। ਇਸ ਬਾਰੇ ਉਹਨਾਂ ਦਾ ਮਤ ਤੇ ਦਲੀਲ ਇਹ ਸੀ ਕਿ ਗੁਲਾਮੀ ਦੇ ਦਾਅਵੇ ਵਿਰੁੱਧ ਸੰਘਰਸ਼ ਕਰ ਰਹੀ ਕੋਈ ਵੀ ਕੌਮ ਭਾਵੇਂ ਆਪਣੇ ਕਿਸੇ ਵੀ ਵਰਗ ਦੀ ਸਥਿਤੀ ਤੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ, ਪਰ ਸੰਘਰਸ਼ ਦੌਰਾਨ ਉਸ ਦੇ ਬੁਨਿਆਦੀ ਨੀਤੀਆਂ ਤੇ ਪੈਂਤੜੇ ਉਸ ਦੇ ਕਿਸੇ ਇੱਕ ਵਰਗ ਦੀ ਸੁਰੱਖਿਆ ਦੇ ਸਰੋਕਾਰ ਤੋਂ ਨਿਰਧਾਰਤ ਨਹੀਂ ਹੋ ਸਕਦੇ। ਇਹ ਸਮੁੱਚੀ ਕੌਮ ਦੀ ਸਥਿਤੀ ਤੇ ਹਿੱਤਾਂ ਨੂੰ ਮੁੱਖ ਰੱਖ ਕੇ ਘੜੇ ਜਾਣੇ ਚਾਹੀਦੇ ਹਨ। ਜੇਕਰ ਆਜ਼ਾਦੀ ਦੇ ਸੰਘਰਸ਼ ਦੇ ਇਸ ਬੁਨਿਆਦੀ ਅਸੂਲ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਕੋਈ ਵੀ ਕੌਮ ਗੁਲਾਮੀ ਦੇ ਜੂਲੇ ਨੂੰ ਗਲੋਂ ਲਾਉਣ ਦੇ ਕਾਰਜ ਵਿੱਚ ਸਫਲ ਨਹੀਂ ਹੋ ਸਕਦੀ, ਕਿਉਂਕਿ ਜਾਬਰ ਧਿਰ ਲਈ ਖਾਸ ਕਰਕੇ ਜੇ ਉਹ ਬਹੁ ਗਿਣਤੀ ਵਰਗ ਹੋਵੇ ਅਤੇ ਕਪਟ ਤੇ ਕਮੀਨਗੀ ਉਸ ਦੇ ਖੂਨ ਵਿੱਚ ਘੁਲੀ ਹੋਵੇ ਤਾਂ ਸੰਘਰਸ਼ ਕਰ ਰਹੀ ਮਜ਼ਲੂਮ ਧਿਰ ਦੇ ਕਿਸੇ ਵਰਗ ਨੂੰ ਯਰਗਮਾਲ ਬਣਾਉਣਾ ਕਦੇ ਵੀ ਔਖਾ ਨਹੀਂ ਹੁੰਦਾ। ਅਭਾਗੇ ਘੱਟ ਗਿਣਤੀ ਭਾਈਚਾਰਿਆਂ ਦੇ ਖਿਲਾਫ ਤਾਂ ਇਹ ਹਥਿਆਰ ਵਰਤਣਾ ਹੋਰ ਵੀ ਸੁਖਾਲਾ ਹੋ ਜਾਂਦਾ, ਕਿਉਂਕਿ ਘੱਟ ਗਿਣਤੀ ਭਾਈਚਾਰਿਆਂ ਦੇ ਕੁਝ ਹਿੱਸੇ ਹਮੇਸ਼ਾ ਹੀ ਦੁਸ਼ਮਣ ਧਿਰ ਦੇ ਰਹਿਮੋ ਕਰਮ ਤੇ ਜੀ ਰਹੇ ਹੁੰਦੇ ਹਨ। ਸੰਘਰਸ਼ ਦੌਰਾਨ ਇਹਨਾਂ ਹਿੱਸਿਆਂ ਨੂੰ ਅਕਸਰ ਹੀ ਵੱਧ ਮਾਰ ਝੱਲਣੀ ਪੈਂਦੀ ਹੈ। 18ਵੀਂ ਸਦੀ 'ਚ ਜਦ ਮੁਗਲ ਹੁਕਮਰਾਨ ਲੜਾਕੂ ਸਿੰਘਾਂ ਦੇ ਬੇਵੱਸ ਤੇ ਨਿਰਦੋਸ਼ ਪਰਿਵਾਰਾਂ, ਸਿੰਘਣੀਆਂ ਤੇ ਬੱਚਿਆਂ ਨੂੰ ਅਕਸਰ ਹੀ ਨੂੜ ਕੇ ਲਾਹੌਰ ਲੈ ਜਾਇਆ ਕਰਦੇ ਸਨ ਤਾਂ ਉਹ ਲੜਾਕੂ ਸਿੰਘਾਂ ਦਾ ਮਨੋਬਲ ਡੇਗਣ ਦੀ ਯੁੱਧ ਨੀਤਿਕ ਚਾਲ ਹੀ ਚੱਲ ਰਹੇ ਹੁੰਦੇ ਸਨ। ਅਜੋਕੇ ਸੰਸਾਰ ਅੰਦਰ ਲਗਭਗ ਹਰ ਸੰਘਰਸ਼ਸ਼ੀਲ ਕੌਮ ਨੂੰ ਹੀ ਇਸ ਕਠੋਰ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਸੰਤ ਜਰਨੈਲ ਸਿੰਘ ਇਸ ਮਸਲੇ ਨੂੰ ਇਸ ਦ੍ਰਿਸ਼ਟੀਕੋਣ ਤੋਂ ਹੀ ਦੇਖਣ ਤੇ ਨਜਿੱਠਣ ਦੀ ਅਡੋਲ ਪਹੁੰਚ ਅਪਣਾ ਕੇ ਚੱਲ ਰਹੇ ਸਨ। ਉਹ ਹਿੰਦੂ ਵਰਗ ਦੇ ਇਸ ਯਰਕਾਊ ਪੈਂਤੜੇ ਦਾ ਦਬਾਅ ਮੰਨਣ ਦੀ ਬਜਾਏ ਇਸ ਦਾ ਕਰਾਰਾ ਜਵਾਬ ਦੇਣ ਦੀ ਰਣਨੀਤੀ ਦੇ ਮੁੱਦਈ ਸਨ। ਸੰਤ ਜਰਨੈਲ ਸਿੰਘ ਤੁਰਤ ਫੁਰਤ ਇਨਸਾਫ ਤੇ ਬਦਲੇ ਦੀ ਰਾਜਨੀਤੀ ਵਿੱਚ ਤਕੜਾ ਵਿਸ਼ਵਾਸ ਰੱਖਦੇ ਸਨ, ਪਰ ਉਹਨਾਂ ਇਹ ਵਿਸ਼ਵਾਸ ਸਿਧਾਂਤ ਵਿਹੂਣਾ ਨਹੀਂ ਸੀ। ਉਹਨਾਂ ਦਾ ਇਹ ਵਿਸ਼ਵਾਸ ਸਿਧਾਂਤ ਵਿਹੂਣਾ ਨਹੀਂ ਸੀ। ਕੋਈ ਵੀ ਮਸਲਾ ਹੋਵੇ ਉਹ ਸਿੱਖ ਸਿਧਾਂਤਾਂ ਤੇ ਮਰਿਆਦਾ ਦਾ ਪਾਲਣ ਕਰਕੇ ਚੱਲਣ ਦੇ ਧਰਮ ਦਾ ਛੇਤੀ ਕੀਤਿਆਂ ਪੱਲਾ ਨਹੀਂ ਸਨ ਛੱਡਦੇ। ਇਸ ਕਰਕੇ ਜਦ ਉਹ ਦੁਸ਼ਮਣ ਦੇ ਹਰ ਹਮਲੇ ਦਾ ਤੁਰਤ ਤੇ ਕਰਾਰਾ ਜਵਾਬ ਦੇਣ ਦੀ ਗੱਲ ਕਰਦੇ ਸਨ ਤਾਂ ਇਸ ਦਾ ਇਹ ਮਤਲਬ ਕਦਾਚਿਤ ਨਹੀਂ ਸੀ ਕਿ ਉਹ ਕਮੀਨਗੀ ਦਾ ਜਵਾਬ ਕਮੀਨਗੀ ਵਿੱਚ ਅਤੇ ਵਹਿਸ਼ਤ ਦਾ ਜਵਾਬ ਵਹਿਸ਼ਤ ਵਿੱਚ ਦੇਣ ਦਾ ਮਤ ਰੱਖਦੇ ਸਨ। ਉਹਨਾਂ ਦੀਆਂ ਮਗਰਲੇ ਸਮੇਂ ਦੀਆਂ ਤਕਰੀਰਾਂ ਨੂੰ ਜੇਕਰ ਗਹੁ ਤੇ ਨਿਰਪੱਖਤਾ ਨਾਲ ਵਾਚਿਆ ਜਾਵੇ ਤਾਂ ਇਹ ਪਛਾਣਨਾ ਔਖਾ ਨਹੀਂ ਕਿ ਜਿੱਥੇ ਹਿੰਦੂ ਹਾਕਮਾਂ ਦੀਆਂ ਦਿਲ ਦੁਖਵੀਆਂ ਹਰਕਤਾਂ ਤੇ ਕਾਰਵਾਈਆਂ ਉੱਤੇ ਨਾਰਾਜ਼ਗੀ ਪ੍ਰਗਟਾਉਣ ਵੇਲੇ ਉਹਨਾਂ ਦੀ ਸੁਰ ਖਰਮੀ ਹੋ ਰਹੀ ਸੀ, ਉੱਥੇ ਉਹ ਆਪਣੇ ਸਮਰਥਕਾਂ ਤੇ ਸੇਵਕਾਂ ਨੂੰ ਅਤ ਦਰਜੇ ਦੀਆਂ ਭੜਕਾਹਟ ਭਰੀਆਂ ਹਾਲਤਾਂ ਵਿੱਚ ਵੀ ਆਪਣੇ ਨੈਤਿਕ ਧਰਮ ਵਿੱਚ ਅਡਿੱਗ ਰਹਿਣ ਦੀ ਜ਼ੋਰਦਾਰ ਤਾਕੀਦ ਕਰਨੀ ਨਹੀਂ ਸਨ ਭੁੱਲਦੇ। ਉਦਾਹਰਣ ਵਜੋਂ ਜਦ ਉਹਨਾਂ ਕੋਲ ਕੁਝ ਫਿਰਕੂ ਤੇ ਵਹਿਸ਼ੀ ਜ਼ਿਹਨੀਅਤ ਵਾਲੇ ਪੁਲਿਸ ਮੁਲਾਜ਼ਮਾਂ ਦੁਆਰਾ ਥਾਣਿਆਂ ਅੰਦਰ ਸਿੱਖ ਪਰਿਵਾਰਾਂ ਦੇ ਮਰਦ ਮੈਂਬਰਾਂ ਦੇ ਸਾਹਮਣੇ ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਨਗਨ ਕੀਤੇ ਜਾਣ ਦੀਆਂ ਦਿਲ ਵਿੰਨਵੀਆਂ ਰਿਪੋਰਟਾਂ ਪਹੁੰਚਣ ਲੱਗੀਆਂ ਤਾਂ ਉਹਨਾਂ ਜਿੱਥੇ ਅਜਿਹੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਬਣਦੀ ਸਜ਼ਾ ਦੇਣ ਦਾ ਤਿੱਖਾ ਫਰਮਾਨ ਜਾਰੀ ਕਰ ਦਿੱਤਾ, ਉੱਥੇ ਨਾਲ ਹੀ ਇਹ ਜ਼ੋਰਦਾਰ ਹਦਾਇਤ ਦੇਣੀ ਨਹੀਂ ਭੁੱਲੀ ਕਿ ਦੁਸ਼ਮਣ ਦੀ ਹਰਕਤ ਕਿੰਨੀ ਵੀ ਗਲੀਜ਼ ਤੇ ਭੜਕਾਊ ਕਿਉਂ ਨਾ ਹੋਵੇ, ਕਿਸੇ ਦੀ ਨਿਰਦੋਸ਼ ਧੀ ਭੈਣ ਉੱਤੇ
ਹਿੰਦੂ ਪਰਿਵਾਰ ਦੀ ਉੱਤੇ ਤਾਂ ਖਾਸ ਕਰਕੇ ਹੀ ਕਿਸੇ ਵੀ ਸੂਰਤ ਕੋਈ ਆਂਚ ਨਹੀਂ ਆਉਣੀ ਚਾਹੀਦੀ। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।